ਹਾਂਜੀ, ਮਾਲਵਾ ਬੈਡ ਲਾਈਫ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਭ ਨੂੰ ਖੁਸ਼ਖਬਰੀ ਇਹ ਹੈ ਕਿ ਕਾਂਸਟੇਬਲ ਤੇ ਸਬ ਇੰਸਪੈਕਟਰ ਦੀਆਂ ਭਰਤੀਆਂ ਆ ਰਹੀਆਂ ਹੈ ਨਾ ਜੀ, ਤੇ ਨੋਟੀਫਿਕੇਸ਼ਨ ਆ ਰਿਹਾ। ਸੋ ਅੱਜ ਦੀ ਆਪਾਂ ਪਹਿਲਾਂ ਇੰਡੀਅਨ ਪੋਲਿਟੀ ਦੀ ਕਲਾਸ ਲਾਵਾਂਗੇ, ਜਿਸ ਦਾ ਲੈਕਚਰ ਦਾ ਮੇਨ ਨਾਮ ਹੈਗਾ ਮੇਕਿੰਗ ਆਫ ਕਨਸਟੀਟਿਊਸ਼ਨ। ਠੀਕ ਹੈ, ਕਨਸਟੀਟਿਊਸ਼ਨ ਤੁਹਾਨੂੰ ਕੀ ਪਤਾ ਹੈ ਕਨਸਟੀਟਿਊਸ਼ਨ ਹੁੰਦਾ ਕੀ ਹੈ? ਕਨਸਟੀਟਿਊਸ਼ਨ ਇੱਕ ਰੂਲਸ ਐਂਡ ਰੈਗੂਲੇਸ਼ਨਸ ਹੁੰਦੀਆਂ, ਠੀਕ ਹੈ ਜੀ, ਜਿਹੜੀਆਂ ਕਿ ਗਵਰਨਮੈਂਟਸ ਦੁਆਰਾ ਜਿਹੜੀਆਂ ਆਪਾਂ ਨੂੰ ਲਿਖੀਆਂ ਗਈਆਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ, ਜਿਨ੍ਹਾਂ ਦੇ ਆਧਾਰ ਤੇ ਆਪਾਂ ਆਪਣਾ ਦੇਸ਼ ਚਲਾਉਂਦੇ ਆ। ਸੋ ਆਪਾਂ ਪਹਿਲਾਂ ਗੱਲ ਕਰਾਂਗੇ ਇਹ ਕਨਸਟੀਟਿਊਸ਼ਨ ਬਣਿਆ ਕਿਵੇਂ, ਠੀਕ ਹੈ, ਇਸ ਦੀ ਸ਼ੁਰੂਆਤ ਕਿੱਥੋਂ ਹੋਈ, ਮੁੱਢਲੀ ਸ਼ੁਰੂਆਤ ਉਸ ਨੂੰ ਨਾਲ ਜਾਰੀ ਕਰਦੇ ਹੋਏ ਫਿਰ ਆਪਾਂ ਸਾਰਾ ਮਤਲਬ ਪ੍ਰੋਪਰ ਕਨਸਟੀਟਿਊਸ਼ਨ ਤੁਹਾਨੂੰ ਸਮਝਾਵਾਂਗੇ। ਸੋ ਮੈਮ ਨੇ ਇਹ ਪਹਿਲਾਂ ਲੈਕਚਰ ਲੈਣੇ ਸੀ, ਮੈਮ ਐਕਚੁਅਲੀ ਥੋੜਾ ਵਾਇਰਲ ਚੱਲ ਰਿਹਾ, ਉਹਨਾਂ ਨੂੰ ਬੁਖਾਰ ਹੈ ਤੇ ਉਹ 4-5 ਦਿਨ ਤੱਕ ਆ ਜਾਣਗੇ। ਠੀਕ ਹੈ ਜੀ, ਤੇ ਹੁਣ ਉਹਨਾਂ ਦੇ ਕਹਿੰਦੇ ਸੀ ਵੀ ਜਿਹੜੇ ਨੋਟਸ ਪ੍ਰਿਪੇਅਰ ਹੈ ਉਹਨਾਂ ਦੀ ਤੁਸੀਂ ਵੀਡੀਓ ਬਣਾ ਕੇ ਇੱਕ ਵਾਰੀ ਪਾ ਦਿਓ, ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਤੇ ਉਹਨਾਂ ਦੀ ਸਟੱਡੀ ਕੰਟੀਨਿਊ ਹੋ ਜਾਏ। ਸੋ ਪਹਿਲਾ ਪੁਆਇੰਟ ਆਪਾਂ ਗੱਲ ਕਰਦੇ ਮੇਰੇ ਵੀਰੋ, ਕਨਸਟੀਟਿਊਸ਼ਨ ਅਸੈਂਬਲੀ ਹੋਣਾ ਬਹੁਤ ਜ਼ਰੂਰੀ ਹੈ, ਤੁਹਾਨੂੰ ਪਤਾ ਹੈ, ਜੇ ਕਨਸਟੀਟਿਊਸ਼ਨ ਬਣਾਉਣਾ ਹੈ। ਸੋ ਇਸ ਦੀ ਜਿਹੜੀ ਸ਼ੁਰੂਆਤ ਕਰਨੀ ਹੈ, ਆਪਾਂ ਪਹਿਲਾਂ ਕੀ ਕੀਤੀ, ਡਿਮਾਂਡ ਕੀਤੀ ਸੀ ਮਹਾਤਮਾ ਗਾਂਧੀ ਜੀ ਦੁਆਰਾ 1922 ਵਿੱਚ ਕਿ ਇੰਡੀਅਨ ਦਾ ਜਿਹੜਾ ਪੋਲੀਟੀਕਲ ਡੈਸਟਨੀ, ਮਤਲਬ ਇੰਡੀਆ ਦਾ ਜਿਹੜਾ ਪੋਲੀਟੀਕਲ ਸਾਰਾ ਜਿਹੜਾ ਪਾਰਲੀਮੈਂਟ ਵਗੈਰਾ ਜੋ ਵੀ ਮਤਲਬ ਕਨਸਟੀਟਿਊਸ਼ਨ ਲਿਖਣਾ ਹੈ ਜਾਂ ਫਿਰ ਉਸ ਦੇ ਰਿਲੇਟਡ ਜਿਹੜੇ ਲਾਜ਼ ਐਂਡ ਰੂਲਸ ਬਣਾਉਣੇ, ਉਹ ਇੰਡੀਅਨ ਲੋਕਾਂ ਦੁਆਰਾ ਕੀਤਾ ਜਾਵੇ। ਇਹ ਡਿਮਾਂਡ ਜਿਹੜੀ ਰੱਖੀ ਗਈ ਸੀ ਮਹਾਤਮਾ ਗਾਂਧੀ ਦੁਆਰਾ ਪਹਿਲੀ ਵਾਰ 1922 ਦੇ ਵਿੱਚ। ਇਹ ਡੇਟ ਤੁਸੀਂ ਨੋਟ ਕਰ ਲੈਣਾ, ਤੇ ਮਹਾਤਮਾ ਗਾਂਧੀ, ਠੀਕ ਹੈ ਜੀ, ਵੀ ਜਿਹੜੀ ਡੈਸਟਨੀ ਜਿਹੜੀ ਇੰਡੀਅਨ ਦਾ ਕੁਝ ਵੀ ਮਤਲਬ ਕਿ ਬਣਾਉਣਾ ਪਾਰਲੀਮੈਂਟ ਰਿਲੇਟਡ ਰੂਲ ਐਂਡ ਰੈਗੂਲੇਸ਼ਨ ਜਾਂ ਕਨਸਟੀਟਿਊਸ਼ਨ ਇੰਡੀਆ ਦੇ ਉੱਤੇ ਲਾਗੂ ਕਰਨ ਵਾਲਾ ਬਣਾਉਣਾ, ਉਹ ਹਮੇਸ਼ਾ ਜਿਹੜਾ ਇੰਡੀਅਨ ਦੁਆਰਾ ਹੀ ਲਿਖਿਆ ਜਾਵੇ। ਸੋ ਇਸ ਦੀ ਡਿਮਾਂਡ ਰੱਖੀ ਗਈ ਆਪਣੇ ਮਹਾਤਮਾ ਗਾਂਧੀ ਜੀ ਦੁਆਰਾ 1922। ਹੁਣ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ, 1922 ਦੇ ਵਿੱਚ ਤੁਸੀਂ 12 ਐਡ ਕਰ ਦਿਓ। ਤੁਹਾਨੂੰ ਇਹ ਨਵਾਂ ਮੈਥਡ ਦੱਸ ਰਿਹਾ ਕਿਉਂਕਿ ਇਹ ਇੰਪੋਰਟੈਂਟ ਡੇਟ ਤੋਂ 12 ਐਡ ਕੀਤਾ ਤੁਸੀਂ 1934 ਆ ਗਿਆ। ਜਦੋਂ 1934 ਆ ਗਿਆ, ਆਈਡੀਆ ਆਫ ਕਨਸਟੀਟਿਊਸ਼ਨਲ ਅਸੈਂਬਲੀ, ਜਿਹੜਾ ਆਈਡੀਆ ਹੈ ਕਨਸਟੀਟਿਊਸ਼ਨ ਅਸੈਂਬਲੀ ਦਾ, ਕਿਹਨਾਂ ਨੇ ਰੱਖਿਆ ਵੀ ਫਸਟ ਟਾਈਮ ਇੱਥੇ ਤਾਂ ਡਿਮਾਂਡ ਰੱਖੀ ਸੀ ਵੀ ਲੋਕਾਂ ਦੁਆਰਾ ਚਲਾਇਆ ਜਾਵੇ ਇੰਡੀਆ, ਇੱਥੇ ਉਹਨਾਂ ਨੇ ਸੋਚਿਆ ਅਸੈਂਬਲੀ ਬਣਾਈ ਜਾਵੇ। ਇਸ ਬਾਰੇ ਆਈਡੀਆ ਕਿਹਨੇ ਦਿੱਤਾ? ਐਮ ਐਨ ਰੋਏ ਸਾਹਿਬ, ਜੋ ਕਿ ਬਹੁਤ ਇੰਪੋਰਟੈਂਟ ਕੁਐਸਚਨ ਹੈ। ਤੁਸੀਂ 1922 ਦੇ ਵਿੱਚ 12 ਜੋੜ ਕੀਤੇ 1934, ਠੀਕ ਹੈ, ਤੁਹਾਨੂੰ ਡੇਟਸ ਸੌਖੇ ਤਰੀਕੇ ਨਾਲ ਯਾਦ ਕਰਨੀ ਮੈਂ ਤੁਹਾਨੂੰ ਸਿਖਾਈ ਜਾਂਦਾ, ਠੀਕ ਹੈ ਜੀ। ਹੁਣ ਤੁਸੀਂ ਇਹ ਮੈਥਡ ਯਾਦ ਕੀਤਾ, ਹੁਣ ਇਸ ਦੇ ਵਿੱਚ ਆਪਾਂ 6 ਜੋੜਾਂਗੇ, ਠੀਕ ਹੈ ਜੀ, 12, ਹੁਣ 12 ਦਾ ਹਾਫ ਕਰਕੇ 6 ਜੋੜਤੇ, ਠੀਕ ਹੈ ਜੀ। ਉਹ ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਨੇ ਕੀ ਕੀਤਾ ਸੀ, ਆਈਡੀਆ ਦਿੱਤਾ ਸੀ ਵੀ ਕਨਸਟੀਟਿਊਸ਼ਨ ਅਸੈਂਬਲੀ ਬਣਾਈ ਜਾਵੇ ਐਮ ਐਨ ਰੋਏ ਦੁਆਰਾ ਫਸਟ ਟਾਈਮ, ਤੇ ਉਸ ਤੋਂ ਬਾਅਦ ਡਿਮਾਂਡ ਰੱਖੀ ਗਈ। ਡਿਮਾਂਡ ਕਿਸ ਚੀਜ਼ ਦੀ ਰੱਖੀ ਸੀ? ਕਨਸਟੀਟਿਊਸ਼ਨ ਅਸੈਂਬਲੀ ਨੂੰ ਜਿਹੜਾ ਅਸੈਪਟ ਕੀਤਾ ਜਾਵੇ ਬ੍ਰਿਟਿਸ਼ ਦੁਆਰਾ। ਬ੍ਰਿਟਿਸ਼ ਲੋਕਾਂ ਦਾ ਪਹਿਲਾਂ ਰਾਜ ਹੁੰਦਾ ਸੀ, ਉਹਨਾਂ ਨੂੰ ਕਿਹਾ ਗਿਆ ਸੀ ਵੀ ਸਾਡੀ ਡਿਮਾਂਡ ਨੂੰ ਅਸੈਪਟ ਕੀਤਾ ਜਾਵੇ, ਵੀ ਬ੍ਰਿਟਿਸ਼ ਲੋਕਾਂ ਦੁਆਰਾ ਇਹ ਜਿਹੜੀ ਡਿਮਾਂਡ ਹੈ ਅਸੈਪਟ ਕੀਤੀ ਗਈ, ਜਿਹੜਾ ਆਪਾਂ ਆਈਡੀਆ ਦਿੱਤਾ ਸੀ। ਹੁਣ ਅਸੈਪਟ ਕਦੋਂ ਕੀਤੀ ਗਈ? ਜਦੋਂ ਆਪਾਂ 6+ ਕੀਤਾ 1940 ਦੇ ਵਿੱਚ, ਠੀਕ ਹੈ, ਅਗਸਤ ਆਫਰ ਦੇ ਆਧਾਰ ਦੇ ਉੱਤੇ, ਜਿਹੜੀ ਅਗਸਤ ਦੇ ਮਹੀਨੇ ਇਹ ਮਤਲਬ ਕਿ ਜਿਹੜੀ ਆਫਰ ਨੂੰ ਅਸੈਪਟ ਕੀਤਾ ਗਿਆ। ਕਿਹੜੇ ਆਫਰ ਨੂੰ? ਕਨਸਟੀਟਿਊਸ਼ਨ ਅਸੈਂਬਲੀ ਰੱਖੀ ਜਾਵੇਗੀ। ਫਿਰ ਇਸ ਦੇ ਵਿੱਚ ਫਿਰ 6+ ਕਰ ਦਿੰਦੇ ਆ, ਠੀਕ ਹੈ ਜੀ, 12 6 6, ਠੀਕ ਹੈ ਜੀ। ਫਿਰ ਆ ਗਿਆ ਕਨਸਟੀਟਿਊਸ਼ਨ ਅਸੈਂਬਲੀ ਦਾ ਸੈਟਅਪ ਹੋਣਾ। ਕਨਸਟੀਟਿਊਸ਼ਨ ਅਸੈਂਬਲੀ ਕਦੋਂ ਸੈਟਅਪ ਕੀਤੀ ਗਈ? ਨਵੰਬਰ ਮਹੀਨੇ, ਠੀਕ ਹੈ, ਅਗਸਤ ਤੋਂ ਬਾਅਦ ਸਤੰਬਰ, ਅਕਤੂਬਰ, ਨਵੰਬਰ, ਠੀਕ ਹੈ, ਨਵੰਬਰ ਮਹੀਨੇ 1946 ਦੇ ਵਿੱਚ ਜਿਹੜੇ ਮੇਨ ਕੰਮ ਹੋਣੇ ਆ। ਹੁਣ 6 ਤੁਸੀਂ ਪਲੱਸ ਕੀਤਾ 1946 ਆ ਗਿਆ। ਇਸ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਫਸਟ ਕਨਸਟੀਟਿਊਸ਼ਨ ਅਸੈਂਬਲੀ ਸੈਟਅਪ ਕੀਤੀ ਗਈ, ਇਹ ਜਿਹੜਾ ਹੈਗਾ ਕਿਹੜੇ ਪਲਾਨ ਦੇ ਅਕੋਰਡਿੰਗ ਕੀਤੀ ਗਈ ਸੀ? ਕੈਬਨਿਟ ਮਿਸ਼ਨ ਪਲਾਨ। ਇਹ ਸਭ ਨਾਲੋਂ ਇੰਪੋਰਟੈਂਟ ਹੈ ਮੇਰੇ ਵੀਰੋ, ਤੁਹਾਨੂੰ ਇਹ ਪੁੱਛ ਸਕਦੇ ਆ ਵੀ ਕਨਸਟੀਟਿਊਸ਼ਨ ਜਿਹੜੀ ਹੈਗੀ ਹੈ ਡਿਮਾਂਡ ਕਿਹੜੇ ਆਫਰ ਦੇ ਅਕੋਰਡਿੰਗ ਰੱਖੀ ਗਈ ਸੀ? ਸਤੰਬਰ ਆਫਰ, ਅਕਤੂਬਰ ਆਫਰ, ਨਵੰਬਰ ਆਫਰ, ਜਨਵਰੀ ਆਫਰ, ਤੁਸੀਂ ਕਹਿੰਦਾ ਅਗਸਤ ਆਫਰ। ਇਹਦੇ ਵਿੱਚ ਪੁੱਛਿਆ ਜਾਵੇ ਕਿਹੜੇ ਪਲਾਨ ਦੇ ਆਧਾਰ ਤੇ ਰੱਖੀ ਗਈ ਸੀ, ਤੇ ਕੈਬਨਿਟ ਮਿਸ਼ਨ ਪਲਾਨ ਸਭ ਨਾਲੋਂ ਇੰਪੋਰਟੈਂਟ ਹੈ, ਨਵੰਬਰ ਮਹੀਨੇ ਵਿੱਚ 1946 ਦੇ ਵਿੱਚ, ਠੀਕ ਹੈ। ਹੁਣ ਉਹ ਪੁੱਛਣਗੇ ਵੀ ਕਨਸਟੀਟਿਊਸ਼ਨ ਜਿਹੜੀ ਅਸੈਂਬਲੀ ਹੈ ਉਸ ਦੀ ਮੀਟਿੰਗ ਪਹਿਲੀ ਕਦੋਂ ਹੋਈ? ਨਵੰਬਰ ਮਹੀਨੇ ਵਿੱਚ ਉਹਨਾਂ ਨੇ ਜਦੋਂ ਸੈਟਅਪ ਕੀਤੀ ਗਈ, ਅਗਲੇ ਮਹੀਨੇ ਉਹ ਕਹਿੰਦੇ ਆਪਾਂ ਮੀਟਿੰਗ ਕਰ ਲੈਣੇ। ਟੈਂਪਰੇਰੀ ਮੀਟਿੰਗ ਕੀਤੀ ਗਈ ਉਹ 9 ਦਸੰਬਰ ਨੂੰ, 9-2-11। ਤੁਹਾਨੂੰ ਹੁਣ ਇੱਕ ਨਵਾਂ ਮੈਥਡ ਦੱਸੂਗਾ। 1946 ਤਾਂ ਉਹੀ ਰਹਿਣਾ, ਤੁਹਾਨੂੰ ਪਤਾ ਹੈ, ਠੀਕ ਹੈ ਜੀ। 9 ਦਸੰਬਰ 1946 ਨੂੰ ਇੱਕ ਟੈਂਪਰੇਰੀ ਮੀਟਿੰਗ ਹੋਈ ਸੀ, ਮਤਲਬ ਕਿ ਟੈਂਪਰੇਰੀ ਮੀਟਿੰਗ ਦੇ ਵਿੱਚ ਕੌਣ ਪ੍ਰੈਜ਼ੀਡੈਂਟ ਬਣਿਆ ਸੀ? ਸਾਚੀਦਾਨੰਦ ਸਿਨਹਾ। ਸਾਚੀਦਾਨੰਦ ਸਿਨਹਾ, ਤੁਸੀਂ ਸੋਨਾਕਸ਼ੀ ਸਿਨਹਾ ਨੂੰ ਵੀ ਯਾਦ ਕਰ ਸਕਦੇ ਹੋ ਉਂਝ ਹੀ, ਠੀਕ ਹੈ ਜੀ। ਜੇ ਤੁਹਾਨੂੰ ਸਾਚੀਦਾਨੰਦ ਸਿਨਹਾ ਦਾ ਨਾਮ ਨਹੀਂ ਯਾਦ ਆ, ਠੀਕ ਹੈ, ਤਾਂ ਤੁਸੀਂ ਸੋਚ ਲੈਣਾ ਵੀ ਟੈਂਪਰੇਰੀ ਤੌਰ ਤੇ ਇੱਕ ਸਿਨਹਾ ਨਾਮ ਦਾ ਆਇਆ ਸੀ ਕੋਈ, ਉਸ ਨੂੰ ਮਤਲਬ ਕਿ ਆਪਾਂ ਰੱਖਿਆ ਗਿਆ ਪ੍ਰੈਜ਼ੀਡੈਂਟ, ਠੀਕ ਹੈ ਜੀ। ਫਿਰ ਉਹਨਾਂ ਨੇ 2 ਦਿਨ ਬਾਅਦ ਹੀ ਇੱਕ ਮੀਟਿੰਗ, ਜਿਹੜੀ ਪਰਮਾਨੈਂਟ ਮੀਟਿੰਗ ਕਹਿ ਦਿੰਦੇ ਹੁੰਦੇ ਆ, ਸੈਕਿੰਡ ਮੀਟਿੰਗ ਕਨਸਟੀਟਿਊਸ਼ਨ ਅਸੈਂਬਲੀ ਦੀ ਰੱਖੀ ਗਈ 11 ਦਸੰਬਰ 1946 ਦੇ ਵਿੱਚ, ਜਿਸ ਦੇ ਵਿੱਚ ਡਾਕਟਰ ਸਾਹਿਬ ਜਿਹੜੇ ਕਿ ਰਜਿੰਦਰ ਪ੍ਰਸਾਦ ਜੀ ਨੂੰ ਕੀ ਬਣਾਇਆ ਗਿਆ? ਪਰਮਾਨੈਂਟ ਪ੍ਰੈਜ਼ੀਡੈਂਟ, ਠੀਕ ਹੈ ਜੀ।
ਇਹ ਮੀਟਿੰਗ ਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਤੇ ਜਿਹੜਾ ਆਪਣਾ ਉਸ ਮੀਟਿੰਗ ਦੇ ਵਿੱਚ ਫੈਸਲੇ ਕੀ ਹੋਏ ਸੀਗੇ ਵੀ ਜਿਹੜਾ ਕਨਸਟੀਟਿਊਸ਼ਨ ਹੈ ਉਹ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਕੀਤਾ ਜਾਵੇ। ਮਤਲਬ ਕਿ ਆਪਣੀ ਜਿਹੜੀ ਮੀਟਿੰਗ ਹੋਈ ਸੀ ਉਸ ਨੂੰ ਆਧਾਰ ਕਰਦੇ ਹੋਏ ਉਹਨਾਂ ਨੇ ਮਤਲਬ ਕਿ ਸੋਚਿਆ ਵੀ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਜਿਹੜਾ ਇੰਡੀਅਨ ਦਾ ਪੂਰਾ ਕਨਸਟੀਟਿਊਸ਼ਨ ਹੈ ਉਹ ਬਣਿਆ ਸੀ। ਕਦੋਂ ਬਣਿਆ ਸੀ ਇਹ ਇੰਪੋਰਟੈਂਟ ਕੁਐਸਚਨ ਹੈ ਜੀ, ਤਾਂ ਕਰਕੇ ਆਲਮੋਸਟ 3 ਸਾਲ ਲੱਗੇ ਸੀ। ਜੇ ਉਹਨਾਂ ਨੇ ਐਕਿਊਰੇਟ ਕੋਈ ਆਪਸ਼ਨ ਪਾਈ ਹੋਈ ਤਾਂ ਤੁਸੀਂ ਇਹ ਚੈੱਕ ਕਰਨਾ, ਇਹ ਚੀਜ਼ ਜੇ ਨਹੀਂ ਹੈਗੀ ਤਾਂ 3 ਸਾਲ ਲਿਖਿਆ ਹੋਊਗਾ ਉੱਥੇ, ਤੁਸੀਂ 3 ਸਾਲ ਤੇ ਟਿਕ ਕਰਨੀ ਹੈ। ਮੇਰੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਡਿਸਕਸ ਕੀਤੇ ਆ ਪੁਆਇੰਟਸ, ਇਹ ਜਿਹੜੇ ਹੈਗੇ ਬਹੁਤ ਇੰਪੋਰਟੈਂਟ ਹੈ। ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ 12-6-6 ਵਾਲਾ ਮੈਥਡ ਯੂਜ਼ ਕਰਨਾ ਤਾਂ ਕਿ ਤੁਹਾਨੂੰ ਇੰਪੋਰਟੈਂਟ ਤਰੀਕਾਂ ਯਾਦ ਰਹਿ ਜਾਣ। ਤੇ ਦੂਸਰੀ ਗੱਲ ਜਿਹੜੇ ਆਫਰ ਤੁਹਾਨੂੰ ਦੱਸੇ ਆ ਵੀ ਅਗਸਤ ਆਫਰ, ਕੈਬਨਿਟ ਮਿਸ਼ਨ ਪਲਾਨ, ਇਹਨਾਂ ਨੂੰ ਤੁਸੀਂ ਰੱਟ ਲਵੋ ਦਿਮਾਗ ਦੇ ਵਿੱਚ, ਕਿਉਂਕਿ ਇਹਨਾਂ ਦੇ ਉੱਤੇ ਬੇਸ ਤੇ ਪਿਛਲੀ ਕਾਂਸਟੇਬਲ ਦੀ ਭਰਤੀ ਵਿੱਚ 2 ਕੁਐਸਚਨ ਆਏ ਸੀਗੇ ਤੇ ਹੈੱਡ ਕਾਂਸਟੇਬਲ ਦੇ ਵਿੱਚ ਵੀ। ਤੇ ਫਰਸਟ ਮੀਟਿੰਗ ਜਿਹੜੀ ਹੈਗੀ ਸੀਗੀ ਇਸ ਦਾ ਅੰਕਲ ਜੀ ਦਾ ਨਾਮ ਆਇਆ ਸੀ ਸਚਿਦਾਨੰਦ ਸਿਨਹਾ, ਜਿਹਨਾਂ ਪ੍ਰੈਜ਼ੀਡੈਂਟ। ਇਹ ਟੈਂਪਰੇਰੀ ਕਿਹੜੇ ਬਣੇ ਸੀਗੇ ਤੇ ਇਹ ਤਰੀਕ ਠੀਕ ਹੈ ਜੀ। ਹੁਣ 9 ਤੋਂ 11 9 2 11 ਕਹਿੰਦੇ ਨਾ 9 2 11 ਹੋ ਜਾ, ਉਹ ਆਪਾਂ ਇੱਥੋਂ ਯਾਦ ਕਰਨਾ ਹੈ। 9 ਤਰੀਕ ਨੂੰ 2+ ਐਡ ਕੀਤਾ, 11 ਤਰੀਕ ਨੂੰ ਸੈਕਿੰਡ ਮੀਟਿੰਗ, ਠੀਕ ਹੈ ਜੀ। ਇਹ ਮੈਥਡ ਸਭ ਨੂੰ ਈਜ਼ੀ ਹੈ ਯਾਦ ਕਰਨ ਦਾ। 1946 ਦੇ ਵਿੱਚ ਤੁਸੀਂ ਇਦਾਂ ਸਾਰੇ ਕੰਪਲੀਟ ਕਰ ਸਕਦੇ ਹੋ। ਬਾਕੀ ਆਹ ਡੇਟ ਸਭ ਨੂੰ ਜ਼ਿਆਦਾ ਯਾਦ ਰੱਖਿਓ। ਤੁਹਾਨੂੰ ਕਿੱਦਾਂ ਦਾ ਲੱਗਿਆ ਇੰਡੀਅਨ ਪੋਲਿਟੀ ਜਿਹੜੇ ਸੈਸ਼ਨ, ਇਦਾਂ ਹੀ ਤੁਹਾਨੂੰ ਡੇਲੀ ਲੈਕਚਰ ਲੱਗਿਆ ਕਰਨਗੇ ਤੇ ਕਾਂਸਟੇਬਲ ਤੇ ਸਬ ਇੰਸਪੈਕਟਰ ਦਾ ਸਾਰੀ ਤਿਆਰੀ ਕਰਾਵਾਂਗੇ, ਠੀਕ ਹੈ ਜੀ। ਬੇਫਿਕਰ ਹੋ ਜਾਓ, ਅੱਜ ਤੋਂ ਆਪਣੀ ਜਿਹੜੀ ਪੋਲਿਟੀ ਦੀ ਕਲਾਸ ਸਟਾਰਟ ਹੋ ਗਈ ਹੈ। ਮੈਂ ਸਾਰੇ ਦੋਸਤਾਂ ਨੂੰ ਇਹੀ ਉਮੀਦ ਲਾਨਾ ਤੁਸੀਂ ਡੇਲੀ ਲੈਕਚਰ ਲਗਾਓਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਨਵੇਂ ਜਿਹੜੇ ਆਏ ਆ। ਤੇ ਵੀਡੀਓ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ, ਕਿਉਂਕਿ ਆਪਾਂ ਇਦਾਂ ਹੀ ਪੁਆਇੰਟ ਬਣਾ ਕੇ ਤੁਹਾਨੂੰ ਅਪ ਟੂ ਡੇਟ ਕਲੀਅਰ ਕਰਾਂਗੇ। ਕੋਈ ਵੀ ਫਾਲਤੂ ਆਪਾਂ ਜਾਣਕਾਰੀ ਨਹੀਂ, ਨਾਲੇ ਨਿਮੋਨਿਕਸ ਟ੍ਰਿਕਸ ਦੱਸੀਆਂ ਤੁਹਾਨੂੰ ਵੀ ਕਿੱਦਾਂ ਤੁਸੀਂ ਯਾਦ ਰੱਖਣੀਆਂ ਜੇਕਰ ਤੁਹਾਨੂੰ ਨਹੀਂ ਯਾਦ ਹੁੰਦੀਆਂ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਇਦਾਂ ਹੀ ਪਿਆਰ ਦਿੰਦੇ ਰਹੀਓ। ਅਗਲੀ ਵੀਡੀਓ ਹੁਣ ਕੱਲ ਆਪਾਂ ਦੁਪਹਿਰੇ ਫੇਰ ਆਵੇਗੀ, ਠੀਕ ਹੈ, ਇਸੇ ਸਮੇਂ ਜਿਸ ਸਮੇਂ ਹੋਣਾ ਹੀ ਹੈ, ਠੀਕ ਹੈ ਜੀ। ਸੋ ਅਗਲੀ ਵੀਡੀਓ ਦੇਖਣਾ ਨਾ ਭੁੱਲਿਓ। ਇਦਾਂ ਹੀ ਆਪਾਂ ਲੈਕਚਰ ਛੋਟੇ ਲੈਕਚਰ ਲਗਾ ਕੇ ਤੁਹਾਨੂੰ ਪੋਲਿਟੀ ਦਾ ਜ਼ਿਆਦਾ ਟਾਈਮ ਨਹੀਂ ਲਵਾਂਗੇ ਤਾਂ ਕਿ ਤੁਸੀਂ ਵੀ ਆਪਣੀ ਹੋਰ ਪ੍ਰੀਪਰੇਸ਼ਨ ਕਰ ਸਕੋ। ਤੇ ਜਿਹੜੇ ਮੈਥ ਤੇ ਰੀਜ਼ਨਿੰਗ ਦੀਆਂ ਕਲਾਸਾਂ ਉਹ ਵੀ ਆਪਾਂ ਜਲਦ ਹੀ ਸ਼ੁਰੂ ਕਰਦੇ ਆ। ਸੋ ਮੈਂ ਸੋਚਿਆ ਅੱਜ ਮੈਂ ਜਿਹੜੇ ਮੇਰੇ ਮੈਡਮ ਹੈ ਉਹ ਵਾਇਰਲ ਕਰਕੇ ਥੋੜੇ ਬਿਮਾਰ ਸੀਗੇ ਤੇ ਮੈਂ ਸੋਚਿਆ ਵੀ ਉਹਨਾਂ ਦਾ ਲੋਸ ਨਾ ਹੋਵੇ ਬੱਚਿਆਂ ਦਾ, ਤੇ ਮੈਂ ਅੱਜ ਤੋਂ ਵੀਡੀਓ ਸ਼ੁਰੂ ਕਰ ਦਿੰਦਾ। ਸੋ ਠੀਕ ਹੈ ਜੀ, ਕੱਲ ਦੀ ਵੀਡੀਓ ਆਪਾਂ ਇਸੇ ਟਾਈਮ ਆਵੇਗੀ। ਸੋ ਵੀਡੀਓ ਨੂੰ ਇੱਕ ਚੰਗੀ ਤਰ੍ਹਾਂ ਵੇਖ ਕੇ ਯਾਦ ਜ਼ਰੂਰ ਕਰਨਾ। ਇਹ ਡੇਲੀ ਆਪਾਂ ਜੋ ਕਰਾਵਾਂਗੇ ਬਸ ਇੰਨਾ ਹੀ ਯਾਦ ਕਰੀ ਜਾਓ, ਤੁਹਾਡਾ ਪੇਪਰ ਜਿਹੜਾ ਕੁਆਲੀਫਾਈ ਈਜ਼ੀਲੀ ਹੋ ਜਾਵੇਗਾ। ਜਿਹੜੇ ਮੇਰੇ ਵੀਰ ਪੰਜਾਬੀ ਮੀਡੀਅਮ 'ਚ ਆ ਉਹਨਾਂ ਲਈ ਤਾਂ ਜ਼ਿਆਦਾ ਖੁਸ਼ਖਬਰੀ ਦੀ ਗੱਲ ਹੈ ਇਹ, ਵੀ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਾਰੀ ਸਮਝ ਆ ਜਾਵੇਗੀ ਇੰਡੀਅਨ ਪੋਲਿਟੀ। ਬਹੁਤ ਹੀ ਸਰਲ ਤਰੀਕੇ ਨਾਲ ਤੇ ਇੰਪੋਰਟੈਂਟ ਚੀਜ਼ਾਂ ਹੀ ਸਮਝਾਵਾਂਗੇ, ਫਾਲਤੂ ਆਪਾਂ ਕੋਈ ਮੈਟਰ ਪੜ੍ਹਨਾ ਨਹੀਂ, ਜਿਹੜਾ ਪੇਪਰ ਦੇ ਵਿੱਚ ਜੋ ਆਉਂਦਾ ਉਹੀ ਸਮਝਾਵਾਂਗੇ। ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ। ਜੈ ਹਿੰਦ।